ਹਿੱਟ ਤਾਂ ਹੋ ਰਿਹਾ, ਸਾਰੇ ਬਿਜ਼ਨਸ ਹਿੱਟ ਹੋ ਰਹੇ ਨੇ ਇਸ ਟਾਈਮ, ਬਿਕੋਜ਼ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਸੀਗੀ, ਜਿਹੜੇ ਉਹਨਾਂ ਦੇ ਬਜਟ ਸੀਗੇ, ਉਹ ਸਾਰੇ ਹਿੱਲ ਗਏ ਨੇ। ਹੁਣ ਉਹ ਬਜਟ ਨੂੰ ਕਿਸੇ ਤਰ੍ਹਾਂ ਉਹਨਾਂ ਨੇ ਸੈੱਟ ਕਰਨਾ ਹੈ ਵਿਦ ਦ ਇਨਫਲੇਸ਼ਨ, ਵਿਦ ਦ ਜਿਹੜੀ ਪਿੱਛੋਂ ਉਹਨਾਂ ਦੀ ਕਾਸਟ ਵੱਧਦੀ ਜਾ ਰਹੀ ਹੈ। ਉਹ ਕਦੀ ਵੀ ਬੈਂਕ ਫੋਰਕਲੋਜ਼ਰ ਤੇ ਆ ਜਾਏਗਾ ਜਿਸ ਦਿਨ ਤੁਸੀਂ ਪੇਮੈਂਟ ਬੰਦ ਕਰਤੀ, 3 ਮਹੀਨੇ ਦੀ ਵੇਟ ਕਰਦੇ ਨੇ। ਸਟਲ ਵੇਚ ਹੈ ਤੇ ਉਹ ਵੀ ਕਿਰਾਏਦਾਰ ਹੀ ਨੇ। ਬਿਲਕੁਲ ਬਿਲਕੁਲ, ਉੱਪਰੋਂ ਬੈਂਕਾਂ ਦੇ ਕਿਰਾਏਦਾਰ ਨੇ। ਬਿਲਕੁਲ, ਡਿਪੈਂਡਸ ਕਿ ਤੁਹਾਡੀ ਕੈਲਕੂਲੇਸ਼ਨ ਕਿੰਨੀ ਸਟਰੋਂਗ ਹੈ, ਤੁਸੀਂ ਕਿੰਨਾ ਵਧੀਆ ਫੋਰਕਾਸਟ ਕਰ ਰਹੇ ਹੋ। ਲੇਕਿਨ ਯੈਸ, ਬਿਜ਼ਨਸ ਇਜ਼ ਅ ਥਿੰਗ ਜਿੱਥੇ ਤੁਹਾਡੀ ਇਕੁਇਟੀ ਇਨ ਦ ਲੈਂਡ ਬਹੁਤ ਅੱਛੀ ਵੱਧ ਰਹੀ ਹੈ, ਅਤੇ ਅਗਰ ਤੁਸੀਂ ਉਹਨੂੰ ਕੀਪ ਕਰ ਸਕਦੇ ਹੋ, ਤੁਸੀਂ ਇਫ ਇਟ ਇਜ਼ ਸੈਲਫ ਸਸਟੇਨੇਬਲ, ਤੇ ਡੈਫੀਨੇਟਲੀ ਤੁਹਾਨੂੰ ਕੋਈ ਨੁਕਸਾਨ ਨਹੀਂ। ਹੁਣ ਅਸੀਂ ਗੱਲਬਾਤ ਕਰਾਂਗੇ ਥੋੜ੍ਹਾ ਰਾਜਨੀਤੀ ਤੋਂ ਥੋੜ੍ਹਾ ਹੁਣ ਪਾਸੇ ਜਾ ਕੇ ਬਿਜ਼ਨਸ ਇਕੋਨਮੀ ਦੀਆਂ ਗੱਲਾਂ। ਜੋ ਰੇਟ ਆਫ ਇੰਟਰਸਟ ਬੈਂਕ ਆਫ ਕੈਨੇਡਾ ਵੱਲੋਂ ਪਿਛਲੇ ਦਿਨਾਂ 'ਚ ਵਧਾਇਆ ਗਿਆ, ਅਸੀਂ ਉਹਦੇ ਬਾਰੇ ਜ਼ਿਆਦਾਤਰ ਜਿਹੜੀ ਗੱਲ ਕੀਤੀ ਹੈ ਕਿ ਹਾਊਸਿੰਗ ਦੇ ਉੱਤੇ ਕੀ ਉਹਦਾ ਇੰਪੈਕਟ ਪਿਆ, ਹਾਊਸਿੰਗ 'ਤੇ ਇਹਦੇ ਨਾਲ ਜਿਹੜਾ ਇੱਕ ਆਮ ਇਨਸਾਨ ਹੈ ਉਹਦੀ ਇਕੋਨਮੀ 'ਤੇ ਕੀ ਅਸਰ ਪਿਆ। ਅਤੇ ਇਹਦਾ ਇੱਕ ਦੂਸਰਾ ਬਹੁਤ ਵੱਡਾ ਪੱਖ ਹੈ, ਉਹ ਹੈ ਕਿਉਂਕਿ ਕਮਰਸ਼ੀਅਲ ਮੌਰਗੇਜ 'ਤੇ ਵੀ ਇਹ ਚੀਜ਼ ਅਪਲਾਈ ਹੁੰਦੀ ਹੈ, ਰੂਲ ਆਪਣਾ ਰੇਟ ਆਫ ਇੰਟਰਸਟ ਉੱਥੇ ਵੀ ਵਧਿਆ, ਉਹਦਾ ਇੰਪੈਕਟ ਕੀ ਪਿਆ, ਖਾਸ ਕਰਕੇ ਬਿਜ਼ਨਸਿਸ ਦੇ ਉੱਤੇ ਉਹਦਾ ਕੀ ਇੰਪੈਕਟ ਪਿਆ, ਉਸ ਪੱਖ ਵੱਲ ਜ਼ਿਆਦਾ ਗੱਲ ਨਹੀਂ ਕੀਤੀ ਗਈ। ਸੋ ਉਹਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ, ਅਤੇ ਇਸ ਗੱਲਬਾਤ 'ਚ ਸਾਡੀ ਹੈਲਪ ਕਰ ਰਹੇ ਨੇ ਉਪਿੰਦਰ ਅਵਸਥੀ ਜੀ, ਜਿਹੜੇ ਕਿ ਕਮਰਸ਼ੀਅਲ ਮੌਰਗੇਜ ਨਾਲ ਵੀ ਜੁੜੇ ਹੋਏ ਨੇ ਅਤੇ ਇਹਦਾ ਇੰਪੈਕਟ ਡਾਇਰੈਕਟਲੀ ਦੇਖ ਰਹੇ ਨੇ, ਕਿਉਂਕਿ ਉਹਨਾਂ ਲੋਕਾਂ ਨਾਲ ਡੀਲ ਕਰਦੇ ਨੇ ਜਿਹੜੇ ਬਿਜ਼ਨਸ ਦੇ ਵਿੱਚ ਨੇ। ਅਤੇ ਉਪਿੰਦਰ ਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਾਡੇ ਸਾਰੇ ਲਿਸਨਰਸ ਨੂੰ, ਐਂਡ ਥੈਂਕ ਯੂ ਸ਼ਮਿਲ ਜੀ, ਥੈਂਕਸ ਫॉर ਹੈਵਿੰਗ ਮੀ। ਅਤੇ ਖਰਚਾ ਤਾਂ ਕਿਉਂਕਿ ਵੈਸੇ ਵੀ ਜਿਹੜੀਆਂ ਬਿਜ਼ਨਸ ਦੀਆਂ ਕਮਰਸ਼ੀਅਲ ਮੌਰਗੇਜਿਸ ਦਾ ਇੰਪੈਕਟ ਇਸ ਕਰਕੇ ਵੀ ਵੱਡਾ ਬਣ ਜਾਂਦਾ ਕਿਉਂਕਿ ਵੱਡੀਆਂ ਹੁੰਦੀਆਂ ਨੇ ਮੌਰਗੇਜਿਸ, ਲੋਨ ਵੱਡੇ ਨੇ। ਬਿਲਕੁਲ ਬਿਲਕੁਲ। ਅਤੇ ਤੁਹਾਡੀਆਂ ਜਿਹੜੀਆਂ ਮੰਥਲੀ ਪੇਮੈਂਟਸ ਦੇ ਵਿੱਚ ਇੱਕ ਅੱਛਾ ਖਾਸਾ ਚੇਂਜ ਤੁਸੀਂ ਦੇਖਦੇ ਹੋ, ਇਹਦੇ ਨਾਲ ਫਿਰ ਬਿਜ਼ਨਸਿਸ ਦੇ ਮੰਥਲੀ ਬਜਟ ਹਿਲਦੇ ਨੇ। ਬਿਲਕੁਲ ਬਿਲਕੁਲ। ਥੋੜ੍ਹਾ ਜਿਹਾ ਦਿਖਾਓਗੇ ਚੱਲ ਕੇ ਕਿਸ ਤਰ੍ਹਾਂ ਦੇ ਅਸਰ ਪਿਆ? ਸ਼ੋਰ ਸ਼ਮਿਲ ਜੀ, ਇਹਦੇ 'ਚ 2-3 ਗੱਲਾਂ ਹੈਗੀਆਂ। ਦੇਖੋ, ਅਗਰ ਤੇ ਤੁਸੀਂ ਬਿਜ਼ਨਸ ਓਨਰ ਹੋ ਅਤੇ ਜਿੰਨਾ ਕੁ ਇੰਟਰਸਟ ਰੇਟ ਦਾ ਇਫੈਕਟ ਤੁਹਾਨੂੰ ਆ ਰਿਹਾ, ਉਹ ਤੁਸੀਂ ਅੱਗੇ ਪਾਸ ਔਨ ਕਰਦੇ ਜਾ ਰਹੇ ਹੋ ਜਿਹੜੇ ਬਾਇਰਸ ਹੈਗੇ, ਜਿਹੜੇ ਤੁਹਾਡੇ ਕੰਜ਼ਿਊਮਰਸ ਹੈਗੇ। ਤੁਸੀਂ ਦੇਖਿਆ ਹੋਏਗਾ, ਅਸੀਂ ਗਰੋਸਰੀ ਦੀ ਗੱਲ ਕਰ ਲਈਏ, ਗੈਸ ਸਟੇਸ਼ਨ ਦੀ ਗੱਲ ਕਰ ਲਈਏ, ਗੈਸ ਸਟੇਸ਼ਨ 'ਤੇ ਕਨਵੀਨੀਅੰਸ ਸਟੋਰ ਹੁੰਦੇ ਨੇ, ਜਿਹੜੀ ਚੀਜ਼ਾਂ ਪਿੱਛੋਂ ਆ ਰਹੀ ਹੈ ਉਹ ਆਟੋਮੈਟਿਕਲੀ ਉੱਥੋਂ ਦੀ ਮਹਿੰਗੀ ਵਿਕ ਰਹੀ ਨੇ, ਅਤੇ ਐਜ਼ ਏ ਬਿਜ਼ਨਸ ਓਨਰ ਤੁਸੀਂ ਉਹ ਪਾਸ ਔਨ ਕਰਦੇ ਜਾ ਰਹੇ ਹੋ ਟੂ ਦ ਕੰਜ਼ਿਊਮਰ। ਇਸੇ ਕਰਕੇ ਇਨਫਲੇਸ਼ਨ ਦੀ ਗੱਲਾਂ ਹੋ ਰਹੀਆਂ। ਅੱਛਾ, ਦੂਜੇ ਤੁਸੀਂ ਤਰੀਕੇ ਨਾਲ ਦੇਖੋ, ਇਫ ਯੂ ਵਾਂਟ ਟੂ ਬਾਏ ਅ ਕਮਰਸ਼ੀਅਲ ਪ੍ਰੋਪਰਟੀ, ਅਤੇ ਉਹ ਕਮਰਸ਼ੀਅਲ ਪ੍ਰੋਪਰਟੀ ਜਿਹੜੀ ਵੀ ਹੁੰਦੀ ਹੈ, ਇਟ ਇਜ਼ ਆਲਵੇਜ਼ ਔਨ ਨੰਬਰ। ਇਹ ਰੈਜ਼ੀਡੈਂਸ਼ੀਅਲ ਦੀ ਤਰ੍ਹਾਂ ਮਤਲਬ ਇਮੋਸ਼ਨਸ 'ਤੇ ਨਹੀਂ ਵਰਕ ਕਰਦੀ। ਕਮਰਸ਼ੀਅਲ 'ਚ ਕੀ ਹੁੰਦਾ ਹੈ ਕਿ ਤੁਹਾਡੇ ਕਿੰਨੇ ਐਕਸਪੈਂਸਿਸ ਹੋ ਰਹੇ ਨੇ, ਕਿੰਨੀ ਤੁਹਾਡੀ ਇਨਕਮ ਆ ਰਹੀ ਹੈ, ਲਾਸਟ 2-3 ਸਾਲ ਦੀ ਉਹ ਇਨਕਮ ਦੇਖ ਕੇ ਉਹਦੇ 'ਚੋਂ ਅਸੀਂ ਨੈਟ ਆਪਰੇਟਿੰਗ ਇਨਕਮ ਕੱਢ ਲੈਂਦੇ ਹਾਂ। ਨੈਟ ਆਪਰੇਟਿੰਗ ਇਨਕਮ ਇਫ ਇਟ ਇਜ਼ ਵਰਕਿੰਗ ਦੈਨ ਓਨਲੀ ਯੂ ਵਿਲ ਬਾਏ ਦਾ ਬਿਜ਼ਨਸ। ਅੱਛਾ, ਹੁਣ ਸਰ ਜਦ ਇੰਟਰਸਟ ਰੇਟ 3-4% ਸੀਗਾ, ਉਸ ਟਾਈਮ ਅਸੀਂ 7-8-9-10% ਦੀ ਕੈਪ ਰੇਟ 'ਤੇ ਪ੍ਰੋਪਰਟੀਜ਼ ਲੈ ਰਹੇ ਸੀ। ਕੈਪ ਰੇਟ ਦਾ ਮਤਲਬ ਹੈ ਇਨਕਮ 'ਚੋਂ ਐਕਸਪੈਂਸਿਸ ਘਟਾਏ ਅਤੇ ਜਿਹੜਾ ਕੁਛ ਸਾਡੇ ਕੋਲ ਬਚਿਆ NOI ਡਿਵਾਈਡਡ ਬਾਏ ਦ ਪਰਚੇਜ਼ ਪ੍ਰਾਈਸ, ਅਤੇ ਉਹਦੇ 'ਚੋਂ ਸਿਰਫ ਅਸੀਂ ਡੈਟ ਸਰਵਿਸ ਕਰਨਾ ਹੈ ਜਿੰਨੇ ਦੀ ਅਸੀਂ ਮੌਰਗੇਜ ਲਿੱਤੀ ਹੈ। ਕਿਉਂਕਿ ਮੌਰਗੇਜ ਹੋ ਸਕਦਾ ਤੁਸੀਂ ਕੈਸ਼ ਬਾਏ ਕਰ ਰਹੇ ਹੋ ਸਕਦਾ ਤੁਸੀਂ 30% ਡਾਊਨ ਪੇਮੈਂਟ ਕਰਕੇ ਬਾਏ ਕਰ ਰਹੇ ਹੋ। ਅੱਜ ਦੀ ਡੇਟ 'ਚ ਸੈਲਰ ਨੂੰ ਵੀ ਪਤਾ ਹੈ ਕਿ ਅਗਰ ਉਹ ਪ੍ਰੋਪਰਟੀ ਨੂੰ ਵੇਚਣਾ ਚਾਹੁੰਦਾ ਹੈ ਅਤੇ 9% 'ਤੇ ਅਗਰ ਕਮਰਸ਼ੀਅਲ ਇੰਟਰਸਟ ਪਹੁੰਚ ਗਿਆ ਅਤੇ 13-14% ਤੋਂ ਕੋਈ ਵੀ ਘੱਟ ਲਏਗਾ ਨਹੀਂ। ਲੇਕਿਨ ਬਾਇਰ ਬਹੁਤ ਸਿਆਣਾ ਹੈ ਸਰ। ਬਾਇਰ ਅਗਰ ਅੱਜ 13-14% ਦੀ ਪ੍ਰੋਪਰਟੀ ਲੈ ਰਿਹਾ ਹੈ ਅਤੇ ਉਹਨੂੰ ਪਤਾ ਹੈ ਕਿ ਜਿਹੜਾ ਇੰਟਰਸਟ ਰੇਟ, ਜਿਹੜੀ ਮਹਿੰਗਾਈ ਮੈਨੂੰ ਆ ਰਹੀ ਹੈ, ਮੈਂ ਤਾਂ ਪਾਸ ਔਨ ਕਰ ਦੇਣੀ ਹੈ। ਸਲੋਲੀ ਇੰਟਰਸਟ ਰੇਟ ਸਾਲ 2 ਸਾਲ 3 ਸਾਲ ਨੂੰ ਘੱਟ ਜਾਣਗੇ। ਅਗਰ ਇਹ ਮੌਰਗੇਜ ਇੰਟਰਸਟ ਰੇਟ 5% 'ਤੇ ਆ ਜਾਂਦਾ ਹੈ ਤਾਂ ਉਹ 8-9% ਬਣਾ ਰਿਹਾ। ਪਲੱਸ ਸੈਕੰਡਲੀ ਜਿਹੜੀ ਚੀਜ਼ ਇਹਦੇ 'ਚ ਦੇਖਣ ਵਾਲੀ ਹੈ, ਜਿਹੜੇ ਕਿ ਲੌਂਗ ਟਰਮ ਬਾਇਰਸ ਹੈਗੇ, ਉਹ ਦੇਖਦੇ ਨੇ ਕਿ ਕਮਰਸ਼ੀਅਲ ਪ੍ਰੋਪਰਟੀ ਦੀ ਵੀ ਵੈਲਿਊ ਬਹੁਤ ਵਧਣੀ ਹੈ, ਅਤੇ ਉਹ ਜਿਹੜੀ ਐਕੁਇਟੀ ਇਨ ਦਾ ਲੈਂਡ ਹੈ
ਉਹ ਉਸ ਚੀਜ਼ ਨੂੰ ਵੀ ਦੇਖਦੇ ਨੇ। ਅਗਰ ਅੱਜ ਦੀ ਡੇਟ 'ਚ ਪ੍ਰੋਪਰਟੀ ਆਪਣੇ ਆਪ ਨੂੰ ਸਸਟੇਨ ਕਰ ਰਹੀ ਹੈ, ਸਪੋਜ਼ ਕਰੋ ਤੁਸੀਂ ਕੋਈ ਬਿਜ਼ਨਸ ਲਿੱਤਾ, 9% ਇੰਟਰਸਟ ਰੇਟ ਹੈ। ਨਹੀਂ, ਇਹ ਜਿਹੜੀ ਤੁਹਾਡੀਆਂ ਗੱਲਾਂ ਨੇ, ਸੌਰੀ ਰੋਕ ਰਿਹਾ ਵਿੱਚੋਂ, ਇਹ ਤਾਂ ਨੇ ਕਿ ਵੀ ਜਿਵੇਂ ਇਹ ਰੇਟ ਅੱਜ ਹੁਣੇ ਪਤਾ ਸਭ ਨੂੰ, ਹਾਂਜੀ, ਹੁਣ ਅੱਜ ਜਿਹਨੇ ਪਲੈਨਿੰਗ ਕਰਨੀ ਉਹਨੇ ਤੇ ਇਹਨੂੰ ਮੁੱਖ ਰੱਖ ਕੇ ਕਰਨੀ ਹੈ। ਬਿਲਕੁਲ। ਪਰ ਪਹਿਲਾਂ 3 ਸਾਲ ਪਹਿਲਾਂ ਤਾਂ ਨਹੀਂ ਸੀ ਨਾ ਪਤਾ। ਹਾਂਜੀ, ਮੈਂ ਉਹੀ ਕਹਿ ਰਿਹਾ ਨਾ, ਅਚਾਨਕ ਇਹ ਸਾਰਾ ਕੁਝ ਚੇਂਜ ਹੋਇਆ। ਇਹ ਹੋਇਆ ਔਰ ਜਿਹੜਾ ਓਨਰ ਹੈਗਾ ਉਹਨੇ ਤਾਂ ਸਾਰਾ ਕੁਝ ਪਾਸ ਔਨ ਕਰਤਾ ਟੂ ਦ ਕੰਜ਼ਿਊਮਰ, ਤੇ ਆਪ ਬਚ ਗਏ ਹੋ, ਉਹਨਾਂ ਤੇ ਕੋਈ ਅਸਰ ਨਹੀਂ ਪਿਆ। ਕੁਝ ਸੈਗਮੈਂਟ ਹੋਣਗੇ, ਨਹੀਂ, ਡੈਫੀਨੇਟਲੀ ਪਿਆ, ਲੇਕਿਨ ਸਲੋਲੀ ਉਹ ਵੀ ਪਾਸ ਔਨ ਕਰਦੇ ਜਾ ਰਹੇ ਨੇ। ਛੋਟੀ ਚੀਜ਼ਾਂ ਨੂੰ ਮਹਿੰਗੀ ਕਰਦੇ ਜਾ ਰਹੇ ਨੇ, ਕਿਤੇ 20 ਸੈਂਟ ਵਧਾਤੇ, ਕਿਤੇ 30 ਸੈਂਟ ਵਧਾਤੇ। ਅਲਟੀਮੇਟਲੀ ਦੇ ਵਾਂਟ ਟੂ ਕੋਪ ਅਪ। ਅਲਟੀਮੇਟਲੀ ਉੱਥੇ ਵੀ ਅਸਰ ਕੰਜ਼ਿਊਮਰ ਤੇ ਪਿਆ, ਤੇ ਜਿਹੜਾ ਬਿਜ਼ਨਸ ਕਰਨ ਵਾਲਾ ਉਹ ਇੱਥੇ ਵੀ ਬਚ ਗਿਆ, ਇੱਥੇ ਵੀ ਸੇਫ। ਅੱਛਾ, ਪਲੱਸ ਜਿੱਦਾਂ ਮੈਂ ਦੱਸਿਆ, ਹੁਣ ਲੌਂਗ ਟਰਮ ਉਹ ਇੱਦਾਂ ਦੇਖਦੇ ਨੇ, ਅਗਰ ਤੁਹਾਨੂੰ 9% ਦੀ ਅੱਜ ਦੀ ਡੇਟ 'ਤੇ ਇੰਟਰਸਟ ਰੇਟ 'ਤੇ ਮਿਲ ਰਹੀ ਹੈ ਪ੍ਰੋਪਰਟੀ, 9% ਹੀ ਕੈਪ ਰੇਟ ਹੈ, ਪ੍ਰੋਪਰਟੀ ਆਪਣੇ ਆਪ ਨੂੰ ਸਸਟੇਨ ਕਰ ਰਹੀ ਹੈ, ਲੇਕਿਨ ਲੈਂਡ 'ਚ ਜਿਹੜੀ ਐਕਵਿਟੀ ਹੈ ਉਹ ਵੱਧਦੀ ਜਾ ਰਹੀ ਹੈ, ਅਲਟੀਮੇਟਲੀ ਇੰਟਰਸਟ ਰੇਟ ਨੇ ਤਾਂ ਥੱਲੇ ਆਉਣਾ ਹੀ ਹੈ ਸਰ। ਚਲੋ, ਇਹ ਤਾਂ ਹੁਣ ਪਤਾ ਨਹੀਂ ਕਿੰਨਾ ਕੁ ਥੱਲੇ ਆਏਗਾ, ਕਿਉਂਕਿ ਕਈ ਬੰਦੇ ਤਾਂ ਕਹਿੰਦੇ ਨੇ ਕਿ ਬਹੁਤਾ ਜ਼ਿਆਦਾ ਥੱਲੇ ਨਹੀਂ ਆ ਸਕਦਾ, ਹੁਣ ਪੋਸੀਬਲ ਨਹੀਂ ਹੈ। ਰਾਈਟ, ਅਗੇਨ ਰਾਈਟ। ਲੇਕਿਨ ਹੁਣ ਦੇਖੋ, ਬਾਇਰ ਨੂੰ ਵੀ ਪਤਾ ਹੈ ਔਰ ਸੈਲਰ ਨੂੰ ਵੀ ਪਤਾ ਹੈ। ਸੈਲਰ ਨੂੰ ਪਤਾ ਹੈ ਅਗਰ 9% ਇੰਟਰਸਟ ਰੇਟ 'ਤੇ ਕਿਸੇ ਨੂੰ ਮੌਰਗੇਜ ਮਿਲਣੀ ਹੈ ਤਾਂ ਮੈਂ 10% ਕੈਪ ਰੇਟ 'ਤੇ ਪ੍ਰੋਪਰਟੀ ਨਹੀਂ ਵੇਚ ਸਕਦਾ, ਰਾਈਟ। ਅਤੇ ਉਹ ਵੀ ਐਡਜਸਟ ਕਰਨ ਲੱਗ ਗਏ ਨੇ ਕਿ ਠੀਕ ਹੈ 12-13% 'ਤੇ ਮੈਂ ਪ੍ਰੋਪਰਟੀ, ਜਿਨ੍ਹਾਂ ਨੇ ਵੇਚਣੀ ਹੈ, ਜਿਨ੍ਹਾਂ ਨੇ ਰੱਖਣੀ ਹੈ, ਦੈਟ ਇਜ਼ ਅ ਸੈਪਰੇਟ ਇਸ਼ੂ ਆਲ ਟੂਗੇਦਰ। ਅੱਛਾ, ਜਿਨ੍ਹਾਂ ਨੇ ਬਾਏ ਕਰਨੀ ਹੈ ਸਰ, ਉਹ ਵੀ ਅੱਜ ਦੀ ਡੇਟ 'ਚ ਕਹਿੰਦੇ ਨੇ ਕਿ 12-13% ਤੋਂ ਘੱਟ ਅਗਰ ਹੈ, ਇਫ ਵੀ ਆਰ ਨਾਟ ਮੇਕਿੰਗ ਪ੍ਰੋਫਿਟ, ਵਾਈ ਸ਼ੁੱਡ ਵੀ ਇਨਵੈਸਟ ਦ ਮਨੀ। ਲੇਕਿਨ ਅਲਟੀਮੇਟਲੀ ਸ਼ਮੀਲ ਜੀ, ਤੁਸੀਂ ਇੱਕ ਚੀਜ਼ ਦੇਖੋ ਕਿ ਇੱਥੇ ਹਰ ਬੰਦੇ ਨੇ ਬੈਂਕ ਦੇ ਪੈਸੇ ਨੂੰ ਹੀ ਲੈਵਰੇਜ ਕਰਨਾ। ਬੈਂਕ 9% 'ਤੇ ਦੇ ਰਿਹਾ, ਤੁਸੀਂ ਬਾਈ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿੱਦਾਂ ਦੀ ਹਾਹਾਕਾਰ ਰੈਜ਼ੀਡੈਂਸ਼ੀਅਲ 'ਚ ਮਚੀ ਹੋਈ ਹੈ, ਉੱਦਾਂ ਦੀ ਕਮਰਸ਼ੀਅਲ 'ਚ ਨਹੀਂ ਹੈ ਸਰ। ਭਾਵੇਂ ਖਰਚੇ ਉਹਨਾਂ ਦੇ ਉਂਝ ਜੇ ਦੇਖੀ ਜਾਵੇ ਅਮਾਊਂਟ 'ਤੇ ਕਾਫੀ ਵੱਡੇ ਜੰਪ ਹੋਏ ਹੋਣਗੇ। ਹਾਂ, ਤੁਸੀਂ ਦੇਖੋ, ਕੋਵਿਡ ਤੋਂ ਪਹਿਲਾਂ ਜਿਹੜੇ ਮੋਟਲ ਜਾਂ ਹੋਟਲ 'ਚ ਜਿਹੜੇ ਰੂਮ $60 ਤੋਂ ਲੈ ਕੇ $80 ਪਰ ਡੇ ਮਿਲ ਜਾਂਦੇ ਸੀਗੇ, ਉਹ ਅੱਜ ਕੱਲ੍ਹ 120 'ਚ ਮਿਲ ਰਹੇ ਨੇ। ਸੋ ਇਸ ਤੋਂ ਇਹ ਵੀ ਪਤਾ ਲੱਗਦਾ ਵੀ ਇਹ ਰੇਟ ਘਟਣ ਦੀ ਵੀ ਹੁਣ ਕੋਈ ਉਮੀਦ ਨਹੀਂ ਹੈ। ਇਹ ਤਾਂ ਹੁਣ ਹੋ ਗਏ, ਤੁਸੀਂ ਦੇਖੋ ਨਾ, ਬਿਜ਼ਨਸ ਓਨਰ ਨੇ ਪਾਸ ਔਨ ਕਰਤਾ ਚੁੱਪਚਾਪ ਕੰਜ਼ਿਊਮਰ ਨੂੰ, ਐਂਡ ਕੰਜ਼ਿਊਮਰ ਇਜ਼ ਪੇਇੰਗ ਦੈਟ। ਉਹ ਇਸੇ ਕਰਕੇ ਕੰਜ਼ਿਊਮਰ ਨੂੰ ਲੱਗ ਰਿਹਾ ਕਿ ਇਨਫਲੇਸ਼ਨ ਇੰਨੀ ਵੱਧ ਗਈ। ਅਤੇ ਉਪਿੰਦਰ ਜੀ, ਜਿਵੇਂ ਤੁਸੀਂ ਦੱਸਿਆ ਕਿ ਇੱਕ ਤਾਂ ਬਿਜ਼ਨਸ ਇਹੋ ਜਿਹਾ ਜਿਹੜਾ ਜਿਨ੍ਹਾਂ ਨੇ ਅੱਗੇ ਪਾਸ ਔਨ ਕਰਤਾ ਆਪਣੇ ਕੰਜ਼ਿਊਮਰ ਨੂੰ। ਇੱਕ ਹੁਣ ਜਿਹੜੇ ਹੈਗੇ ਨੇ, ਜਿਹੜੇ ਰੈਂਟਲ ਵਾਲੀਆਂ ਨੇ, ਰੈਂਟਲ ਪ੍ਰੋਪਰਟੀਜ਼, ਕਮਰਸ਼ੀਅਲ ਵਾਸਤੇ ਆਫਿਸ ਸਪੇਸ ਵੀ ਹੋ ਸਕਦੇ ਨੇ, ਸਟੋਰਸ ਵੀ ਹੋ ਸਕਦੇ ਨੇ, ਹੋਰ ਬਹੁਤ ਕੁਝ ਹੋ ਸਕਦਾ। ਉੱਥੇ ਇਹਦਾ ਕਿਸ ਤਰ੍ਹਾਂ ਦਾ ਇੰਪੈਕਟ ਪੈ ਰਿਹਾ? ਉੱਥੇ ਸ਼ਮੀਲ ਜੀ ਦੇਖੋ, ਜਿਹੜੇ ਆਫਿਸ ਸਪੇਸ ਨੇ, ਉੱਥੇ ਇੱਦਾਂ ਹੋਇਆ ਕਿ ਡਿਊਰਿੰਗ ਦ ਕੋਵਿਡ ਵਰਕ ਫਰੋਮ ਹੋਮ ਕਰਕੇ ਨੋ ਡਾਊਟ ਹੁਣੀ ਇੱਕ ਰੀਸੈਂਟਲੀ ਰਿਪੋਰਟ ਵੀ ਆਈ ਸੀਗੀ ਕਿ ਆਫਿਸ ਸਪੇਸ ਪਿਛਲੇ 22-23 ਸਾਲ ਰੈਕਡ ਖਾਲੀ ਪਏ ਨੇ, ਐਂਡ ਉਹ ਨਹੀਂ ਚੜ੍ਹ ਰਹੇ ਨੇ। ਇੱਕ ਤਾਂ ਉਹ ਜਿਹੜਾ ਸ਼ਿਫਟ ਹੋ ਗਿਆ ਵਰਕ ਫਰੋਮ ਹੋਮ ਵਾਲਾ, ਇੱਕ ਉਹਦਾ ਇੰਪੈਕਟ ਹੈਗਾ। ਲੇਕਿਨ ਲੈਂਡਲੋਰਡ ਅੱਜ ਦੀ ਡੇਟ 'ਚ ਖੁਸ਼ ਨੇ ਕਿ ਸਾਡਾ ਜਿਹੜਾ ਪੁਰਾਣਾ ਟੈਨੈਂਟ ਬੈਠਾ ਹੈ, ਸੇ 7 ਸਾਲ 10 ਸਾਲ 15 ਸਾਲ ਤੋਂ ਬੈਠਾ ਹੈ, ਅਤੇ ਉਹ ਛੱਡ ਕੇ ਜਾਏ ਬਿਕੋਜ਼ ਉਹ ਪੁਰਾਣੇ ਰੈਂਟ 'ਤੇ ਬੈਠਾ। ਅਤੇ ਹੁਣ ਲੈਂਡਲੋਰਡ ਚਾਹੁੰਦਾ ਕਿ ਮੈਂ ਨਇਆ ਟੈਨੈਂਟ ਲੈ ਕੇ ਆਵਾਂ ਔਰ ਨਏ ਟੈਨੈਂਟ ਨੂੰ ਨਏ ਪ੍ਰਾਈਸ 'ਤੇ ਲੈ ਕੇ ਆਵਾਂ। ਅਲਟੀਮੇਟਲੀ ਗੱਲ ਉੱਥੇ ਹੀ ਆ ਗਈ ਕਿ ਲੈਂਡਲੋਰਡ ਨੇ ਪ੍ਰੋਪਰਟੀ ਬਣਾਈ ਹੋਈ ਹੈ, ਲੇਕਿਨ ਉਹ ਟਰਾਈ ਕਰ ਰਿਹਾ ਮੈਂ ਕਿਸੇ ਤਰ੍ਹਾਂ ਪਾਸ ਔਨ ਸਾਰੀ ਦੀ ਸਾਰੀ ਇਨਫਲੇਸ਼ਨ ਐਂਡ ਯੂਜ਼ਰ 'ਤੇ ਕਰਦਾ, ਅੱਗੇ ਆਪਣੇ ਉਹਦੇ ਕਰਦਾ, ਟੈਨੈਂਟ 'ਤੇ ਕਰਦਾ। ਹੁਣ ਜੇ ਟੈਨੈਂਟ ਦਾ ਖਰਚਾ ਵਧਿਆ, ਉਹਦੀ ਸਾਰੀ ਦੀ ਸਾਰੀ ਬਿਜ਼ਨਸ ਪਲੈਨਿੰਗ ਹੈ ਜਿਹੜੀ ਉੱਤੇ ਅਸਰ ਪਏਗਾ, ਬਿਲਕੁਲ ਪਏਗਾ। ਇਸ ਕਰਕੇ ਉਹਦੇ ਜਿੰਨਾ ਕੁ ਉਹਦੇ ਬਸ 'ਚ ਹੈਗਾ ਟੈਨੈਂਟ ਦੇ, ਉਹ ਆਪਣੀ ਚੀਜ਼ਾਂ ਮਹਿੰਗੀ ਕਰ ਦੇਗਾ ਅਲਟੀਮੇਟਲੀ, ਫਿਰ ਕਮਿੰਗ ਬੈਕ ਟੂ ਦ ਐਂਡ ਯੂਜ਼ਰ। ਤੇ ਇਨਫਲੇਸ਼ਨ ਤਾਂ ਫਿਰ ਇਹ ਤਾਂ ਇਨਫਲੇਸ਼ਨ ਇਹ ਤਾਂ ਪਰਮਾਨੈਂਟ ਲੱਗਦੀ ਹੈ, ਫਿਰ ਇਹਨੂੰ ਤੁਸੀਂ ਕਿਵੇਂ ਕੰਟਰੋਲ ਕਰ ਲੇਗੀ? ਹੁਣ ਤੁਸੀਂ ਦੇਖੋ, ਜਿਹੜੀ ਹੁਣ ਪਿਛਲੇ 15 ਦਿਨ 'ਚ ਜਿਹੜੀ ਰਿਪੋਰਟ ਆਈ ਹੈ, ਉਹ ਕਹਿੰਦੇ ਨੇ ਕਿ ਜਿਹੜਾ CPI ਇੰਡੈਕਸ ਹੈਗਾ 3.84 ਤੋਂ ਸਿੱਧਾ 2.8 'ਤੇ ਆ ਗਿਆ।
ਇਨਫਲੇਸ਼ਨ ਘਟ ਗਈ ਗਵਰਨਮੈਂਟ ਇੱਦਾਂ ਕਹਿੰਦੀ। ਲੇਕਿਨ ਜੇ ਤੁਸੀਂ ਗਰੋਸਰੀ ਦੇ ਪ੍ਰਾਈਸ ਦੇਖੋ 9.9%, 9% ਆਰ ਔਨ ਹਾਇਰ ਸਾਈਡ, ਅਤੇ ਜਿਹੜੀ ਡੇਲੀ ਯੂਸੇਜ ਦੀ ਚੀਜ਼ਾਂ ਹੈਗੀਆਂ ਉਹ ਤੇ ਤੁਸੀਂ ਦੇਖੋ ਸ਼ਮੀਲ ਜੀ ਕਿ ਜਿਹੜਾ ਐਂਡ ਯੂਜ਼ਰ ਹੈ, ਇਵਨ ਇਨਕਲੂਡਿੰਗ ਮੀ, ਮੈਂ ਤਾਂ ਹੁਣ ਸਿੰਪਲ ਤਰੀਕੇ ਨਾਲ ਦੇਖ ਰਿਹਾ, ਹਾਂਜੀ, ਜਿਵੇਂ ਤੁਸੀਂ ਕੋਈ ਸਟੋਰ ਓਨਰ ਹੈ, ਹਾਂਜੀ, ਸਟੋਰ ਓਨਰ ਦਾ ਕਿਰਾਇਆ ਜਿਹੜਾ ਵੱਧ ਗਿਆ, ਰਾਈਟ, ਉਹਦਾ ਤਾਂ ਖਰਚਾ ਵੱਧ ਗਿਆ ਨਾ, ਬਿਲਕੁਲ, ਉਹਨੇ ਉਹ ਆਪਣਾ ਰਿਕਵਰ ਕਰਨਾ ਐਂਡ ਯੂਜ਼ਰ ਤੋਂ, ਕੰਜ਼ਿਊਮਰ ਤੋਂ, ਆਪਣੀ ਸਰਵਿਸਿਜ਼ 'ਚ ਜਾਂ ਤਾਂ ਮਹਿੰਗੀਆਂ ਕਰੇਗਾ ਜਾਂ ਆਪਣੀਆਂ ਜਿਹੜੇ ਪ੍ਰੋਡਕਟਸ ਨੇ ਜੋ ਕੁਝ ਵੀ ਸੈਲ ਕਰ ਰਿਹਾ ਉਹ ਕਰੇਗਾ, ਬਿਲਕੁਲ। ਤੇ ਉਹ ਤਾਂ ਫਿਰ ਹੁਣ ਪਰਮਾਨੈਂਟਲੀ ਉਹਦੇ 'ਚ ਐਡ ਹੋ ਗਿਆ ਨਾ, ਐਡ ਹੋ ਗਿਆ, ਉਹ ਤੇ ਇਨਫਲੇਸ਼ਨ ਥੱਲੇ ਆ ਨਹੀਂ ਸਕਦੀ। ਮੈਂ ਉਹੀ ਕਹਿ ਰਿਹਾ, ਹੁਣ ਤੁਸੀਂ ਦੇਖੋ ਸ਼ਮੀਲ ਜੀ, ਇਸੇ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜਿਹੜੀ ਫਿਗਰ ਆਈ ਹੈ 2.84 ਦੀ, ਨੋ ਡਾਊਟ ਕੱਲ੍ਹ ਨੂੰ ਹੋ ਸਕਦਾ 2.5 ਦੀ ਆ ਜਾਏ, 2.3 ਦੀ ਆ ਜਾਏ, 2% 'ਤੇ ਆ ਜਾਏ, ਲੇਕਿਨ ਗਵਰਨਮੈਂਟ ਕਿੱਦਾਂ ਕੰਟਰੋਲ ਕਰੇਗੀ ਜਿਹੜੀ ਡੇਲੀ ਯੂਜ਼ ਦੀ ਚੀਜ਼ਾਂ, ਉਹ ਤਾਂ ਮਹਿੰਗੀ ਤੋਂ ਮਹਿੰਗੀ ਤੇ ਮਹਿੰਗੀ ਤੇ ਹੁੰਦੀ ਜਾ ਰਹੀ ਹੈ ਸਰ। ਅਤੇ ਜਿਹੜੇ ਆਫਿਸ, ਕੁਛ ਰਿਪੋਰਟਸ ਨੇ ਵੀ ਆਫਿਸ ਸਪੇਸਿਸ ਖਾਲੀ ਪਈਆਂ ਨੇ, ਹਾਂਜੀ, ਉਹ ਇਹਦੇ ਨਾਲ ਕਿਵੇਂ ਜੁੜਦਾ ਹੈ ਸਾਰੀ ਚੀਜ਼ ਨਾਲ? ਦੇਖੋ ਉਹ ਰੈਕਡ ਹੋ ਗਿਆ ਇਸ ਟਾਈਮ ਸਰ ਕਿ ਆਫਿਸ ਸਪੇਸਿਸ ਇੰਨੀ ਕਦੀ ਵੀ ਖਾਲੀ ਨਹੀਂ ਰਹੀਆਂ, ਲੇਕਿਨ ਹੁਣ ਗੱਲ ਇਹ ਹੈ ਕਿ ਜਿਹੜਾ ਟੈਨੈਂਟ ਹੈਗਾ, ਜਿਹੜਾ ਲੈਂਡਲੌਰਡ ਹੈਗਾ, ਉਹ ਚਾਹੁੰਦਾ ਹੈ ਸਰ, ਪਹਿਲਾਂ ਮੰਨ ਲਓ $13 ਪਰ ਸਕੁਅਰ ਫਿਟ 'ਤੇ ਚੜ੍ਹਿਆ ਹੋਇਆ ਸੀਗਾ, ਹੁਣ ਉਹ ਚਾਹੁੰਦਾ ਹੈ $18 ਪਰ ਸਕੁਅਰ ਫਿਟ 'ਤੇ ਚੜ੍ਹੇ। ਅਤੇ ਨया ਓਬਵੀਅਸ ਹੈ, ਹੁਣ ਜਿਹੜੇ ਟੈਨੈਂਟ ਨੇ ਆਉਣਾ, ਉਹਨੇ ਅਗਰ ਇਹ 5% ਦਾ ਜਿਹੜਾ ਡਿਫਰੈਂਸ ਹੈ ਉਹਨੂੰ ਕੈਲਕੂਲੇਟ ਕਰਨਾ ਹੈ, ਅਤੇ ਉਹਦੀ ਪ੍ਰੋਫਿਟ ਮਾਰਜਨ ਉਹਨੇ ਵਧਣੇ ਚਾਹੀਦੇ ਨੇ, ਜਾਂ ਉਹ ਆਪਣੇ EMPLOYEES ਦੀ ਸੈਲਰੀ ਉਨੀ ਘੱਟ ਕਰੇ। EMPLOYEE ਸੈਲਰੀ ਘਟਾਏਗਾ ਨਹੀਂ, ਐਂਡ ਪ੍ਰੋਫਿਟ ਮਾਰਜਨ ਤਾਂ ਮਾਰਕੀਟ ਦੇ ਨਾਲ ਹੈ। ਦਿਸ ਇਜ਼ ਆਲ ਸਪਲਾਈ ਐਂਡ ਡਿਮਾਂਡ। ਕਿਉਂਕਿ ਅਸੀਂ ਆਲੇ ਦੁਆਲੇ ਆਪਣੇ ਦੇਖ ਰਹੇ ਹਾਂ ਵੀ ਬਹੁਤ ਸਾਰੇ, ਜਿਵੇਂ ਕਈ ਲੋਕ ਛੋਟਾ ਬਿਜ਼ਨਸ ਜਿਹਨਾਂ ਨੇ ਕੰਮ ਸ਼ੁਰੂ ਕਰਨਾ ਹੁੰਦਾ, ਉਹਨਾਂ ਨੂੰ ਆਪਣੇ ਵਾਸਤੇ ਕੋਈ ਛੋਟਾ ਜਿਹਾ ਆਫਿਸ ਚਾਹੀਦਾ ਹੁੰਦਾ, ਕੋਈ ਕਰੋਮੀ ਚਾਹੀਦਾ ਹੁੰਦਾ। ਹੁਣ ਉਹਨਾਂ ਨੇ ਬਿਜ਼ਨਸ ਕੋਈ ਕੰਮ ਨਵਾਂ ਸ਼ੁਰੂ ਕਰਨਾ, ਹਾਂਜੀ, ਜੇ ਹੁਣ ਉਹਨਾਂ ਦਾ ਕਿਰਾਇਆ ਵੱਧ ਗਿਆ ਅਤੇ ਉਹਨਾਂ ਦਾ ਉਹ ਅਫੋਰਡ ਹੀ ਨਹੀਂ ਕਰ ਪਾ ਰਹੇ, ਰਾਈਟ, ਉਹ ਫਿਰ ਬਿਜ਼ਨਸ ਵੀ ਕਿਵੇਂ, ਕੀ ਨਵਾਂ ਕੰਮ ਵੀ ਕੀ ਸ਼ੁਰੂ ਕਰਨਗੇ? ਜਾਂ ਤਾਂ ਉਹ ਖਾਲੀ ਕਰ ਦੇਖੋ, ਅਗਰ ਤਾਂ ਉਹ ਸਰਵਿਸ ਇੰਡਸਟਰੀ 'ਚ ਹੈਗੇ, ਕੰਮ ਵੱਧ ਨਹੀਂ ਰਿਹਾ ਪਿੱਛੋਂ ਦੀ ਇਨਫਲੇਸ਼ਨ ਕਰਕੇ, ਉਹਨਾਂ ਦਾ ਰੈਂਟ ਵਧੀ ਜਾ ਰਿਹਾ, ਜਾਂ ਤਾਂ ਉਹ ਖਾਲੀ ਕਰਨਗੇ, ਆਪਣੀ ਬੇਸਮੈਂਟ 'ਚ ਜਾ ਕੇ ਆਫਿਸ ਬਣਾਉਣਗੇ, ਜਾਂ ਫਿਰ ਜਿੰਨੇ ਕੁ ਉਹਨਾਂ ਨੇ 2, 4, 5 EMPLOYEE ਰੱਖੇ ਹੋਏ ਨੇ ਉਹਨਾਂ ਦੀ ਸੈਲਰੀ ਘੱਟ ਕਰਨਗੇ, ਵਿਚ ਇਜ਼ ਨਾਟ ਪੋਸੀਬਲ ਅਗੇਨ। ਮਤਲਬ ਇਸ ਮਹਿੰਗਾਈ, ਪਰ ਇਸ ਲੈਵਲ 'ਤੇ ਜਾ ਕੇ ਇਹ ਚੀਜ਼, ਜਿਹੜਾ ਰੇਟ ਆਫ ਇੰਟਰਸਟ ਜਾਣਾ, ਇਉਂ ਲੱਗਦਾ ਕਿ ਇੱਕ ਸਟੇਜ 'ਤੇ ਜਾ ਕੇ ਬਿਜ਼ਨਸਿਸ ਨੂੰ ਇਹ ਹਿੱਟ ਕਰਦਾ, ਉਹਨਾਂ ਦਾ ਨੁਕਸਾਨ ਕਰ ਰਿਹਾ। ਰਾਈਟ। ਲੇਕਿਨ ਸ਼ਮੀਲ ਜੀ ਗੱਲ ਇਹ ਹੈ ਨਾ, ਹਿੱਟ ਤਾਂ ਹੋ ਰਿਹਾ, ਸਾਰੇ ਬਿਜ਼ਨਸ ਹਿੱਟ ਹੋ ਰਹੇ ਨੇ ਇਸ ਟਾਈਮ, ਬਿਕੋਜ਼ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਸੀਗੀ, ਜਿਹੜੇ ਉਹਨਾਂ ਦੇ ਬਜਟ ਸੀਗੇ, ਉਹ ਸਾਰੇ ਹਿੱਲ ਗਏ ਨੇ। ਹੁਣ ਉਹ ਬਜਟ ਨੂੰ ਕਿਸੇ ਤਰ੍ਹਾਂ ਉਹਨਾਂ ਨੇ ਸੈੱਟ ਕਰਨਾ ਹੈ ਵਿਦ ਦ ਇਨਫਲੇਸ਼ਨ, ਵਿਦ ਦ ਜਿਹੜੀ ਪਿੱਛੋਂ ਉਹਨਾਂ ਦੀ ਕਾਸਟ ਵੱਧਦੀ ਜਾ ਰਹੀ ਹੈ, ਤੇ ਇਹਨੂੰ ਸਾਲ, 1.5 ਸਾਲ, 2 ਸਾਲ ਲੱਗੇਗਾ। ਵੱਡੇ ਸਕੇਲ ਤੇ ਐਡਜਸਟਮੈਂਟ ਹੁਣ ਹੋਏਗੀ, ਸਾਰੀ ਚੀਜ਼ਾਂ ਬਹੁਤ ਵੱਡੇ ਸਕੇਲ ਤੇ ਹੋਏਗੀ ਸਰ, ਬਹੁਤ ਵੱਡੇ ਸਕੇਲ ਤੇ। ਮਤਲਬ ਐਵੇਂ ਲੱਗ ਰਿਹਾ, ਦੇਖੋ ਕੱਲ ਇੰਡੀਕੇਸ਼ਨ ਦੇਤੀ ਕਿ ਅਸੀਂ ਇੰਟਰਸਟ ਰੇਟ ਅਪ੍ਰੈਲ 2024 ਤੋਂ ਬਾਅਦ ਘਟਾਉਣਾ ਸ਼ੁਰੂ ਕਰਾਂਗੇ, ਲੇਕਿਨ ਅਪ੍ਰੈਲ 2024 ਤੱਕ ਕੀ ਹੋਏਗਾ? ਤੇ ਨਾਲੇ ਕਿੰਨਾ ਘਟਾ ਦੇਣਗੇ ਜੀ? ਦੇਖੋ ਇਹ ਵੀ ਇੱਕ ਬੜਾ ਇਲੂਜ਼ਨ ਕ੍ਰੀਏਟ ਕਰਨ ਦੀ ਲੋਕ ਕੋਸ਼ਿਸ਼ ਕਰਦੇ ਨੇ, ਸਪੈਸ਼ਲੀ ਜਿਹੜੇ ਰੀਅਲ ਸਟੇਟ 'ਚ ਨੇ, ਕਿਉਂਕਿ ਉਹਨਾਂ ਨੇ ਆਪਣਾ ਸਮਾਨ ਵੇਚਣਾ। ਦੈਟਸ ਰਾਈਟ। ਕਿ ਇੰਟਰਸਟ ਰੇਟ ਕੋਈ 2% ਤੇ ਥੋੜਾ ਆ ਜਾਏਗਾ, ਘਟੇਗਾ ਵੀ 1% ਘਟ ਜਾਏਗਾ। ਯਸ। ਔਰ ਸਪੋਜ਼ ਕਰੋ ਅਗਰ 2% ਤੇ ਆਏਗਾ, ਤੇ ਉਹ ਐਡਜਸਟਮੈਂਟ ਹੋਣ ਨੂੰ 4, 5, 6 ਸਾਲ ਲੱਗਣਗੇ, ਉਹ ਕੋਈ ਓਵਰਨਾਈਟ ਤਾਂ ਹੋਣ ਵਾਲਾ ਨਹੀਂ ਹੈ। ਤੇ ਹੁਣ ਜਾਂ ਤੇ ਜਿਹੜਾ ਕੰਜ਼ਿਊਮਰ ਹੈ ਆਪਣੀ ਇਨਕਮ ਵਧਾਏ, ਵਿਚ ਇਜ਼ ਅਗੇਨ ਵੈਰੀ ਡਿਫਿਕਲਟ, ਔਰ ਜਾਂ ਫਿਰ ਆਪਣੇ ਖਰਚੇ ਘਟਾਏ। ਦਿਸ ਇਜ਼ ਦ ਓਨਲੀ ਥਿੰਗ। ਜਿਨ੍ਹਾਂ ਨੇ 4, 5 ਪ੍ਰੋਪਰਟੀਆਂ ਲਿੱਤੀ ਹੋਈਆਂ, ਜਾਂ ਤਾਂ ਉਹ ਆਪਣੀ ਪ੍ਰੋਪਰਟੀ ਸੈਲ ਕਰਨ, ਕਿ 4, 5 ਰੱਖਣ। ਦੇਖੋ ਇੱਕ ਫੈਮਿਲੀ ਨੂੰ ਸ਼ਮੀਲ ਜੀ ਇੱਕ ਪ੍ਰੋਪਰਟੀ ਦੀ ਜ਼ਰੂਰਤ ਹੁੰਦੀ ਹੈ। ਆਈ ਡੋਂਟ ਸੀ ਕਿ ਪਤਾ ਨਹੀਂ ਕਿਉਂ 4, 5 ਲਿੱਤੀਆਂ ਹੋਈਆਂ, ਲੇਕਿਨ ਯੈਸ ਖਰਚੇ ਕਹਿੰਦੇ ਇਹਨੂੰ, ਇਹ ਵੀ ਲਸਟ ਦੀ ਦੂਸਰੀ ਫਾਰਮ। ਯੈਸ। ਤੇ ਹੁਣ ਉਹ ਟਾਈਮ ਆ ਗਿਆ ਸ਼ਮੀਲ ਜੀ ਕਿ ਐਵਰੀਬਡੀ ਹੈਜ਼ ਟੂ ਕਰਟੇਲ ਦੇਅਰ ਐਕਸਪੈਂਸਿਸ। ਜਿੰਨੀ ਕੁ ਲੋੜ ਹੈ ਓਨਾ ਹੀ ਖਰਚਾ ਕਰਨ, ਨਹੀਂ ਤਾਂ ਇਟ ਇਜ਼ ਗੋਇੰਗ ਕੱਲ੍ਹ ਨੂੰ ਇਟਸ ਗੋਇੰਗ ਇਨਟੂ ਵੈਰੀ ਬੈਡ ਡੇਂਜਰਸ ਸਿਚੁਏਸ਼ਨ। ਜਿਹੜੇ ਘਰ 'ਚ ਤੁਸੀਂ ਰਹਿੰਦੇ ਹੋ, ਇਹ ਕਹਿਣ ਵਾਸਤੇ ਹੀ ਆਪਣਾ ਹੁੰਦਾ ਸਰ, ਜਦ ਤੱਕ ਬੈਂਕ ਦੇ ਪੈਸੇ ਨਹੀਂ ਚੁਕਾਏ ਤਦ ਤੱਕ ਬੈਂਕ ਦਾ ਹੀ ਹੈ। ਹੈਗਾ ਤਾਂ ਬੈਂਕ ਦਾ ਹੀ ਅਸਲ 'ਚ। ਹਾਂ ਬਿਲਕੁਲ ਜਦ ਤੱਕ ਇਟ ਇਜ਼ ਨਾਟ ਫੁਲੀ ਪੇਡ, ਉਹ ਬੈਂਕ ਦਾ ਹੀ ਹੈ ਸਰ। ਇਹ ਤਾਂ ਕਹਿਣ ਦੀ ਗੱਲਾਂ ਹੈ, ਮੇਰੇ ਕੋਲ 3000 ਸਕੁਅਰ ਫਿਟ ਦਾ ਘਰ ਹੈ, ਜਾਂ 5000 ਸਕੁਅਰ ਫਿਟ ਦਾ ਘਰ ਹੈ, ਜਾਂ ਮੇਰੇ ਕੋਲ
ਬਹੁਤ ਵੱਡਾ ਗੈਸ ਸਟੇਸ਼ਨ ਹੈ, ਜਦ ਤੱਕ ਉਹ ਫੁੱਲੀ ਪੇਡ ਨਹੀਂ ਹੈ ਤਦ ਤੱਕ ਸਰ ਉਹ ਗਵਰਨਮੈਂਟ ਉਹ ਬੈਂਕ ਦਾ ਹੀ ਹੈ। ਉਹ ਕਦੀ ਵੀ ਬੈਂਕ ਫੋਰਕਲੋਜ਼ਰ ਤੇ ਆ ਜਾਏਗਾ ਜਿਸ ਦਿਨ ਤੁਸੀਂ ਪੇਮੈਂਟ ਬੰਦ ਕਰਤੀ, 3 ਮਹੀਨੇ ਦੀ ਵੇਟ ਕਰਦੇ ਥੋੜਾ ਨੇ ਜਿਹਾ ਸਿਰਫ। ਸਟਲ ਵੇ ਚ ਹੈ ਤੇ ਉਹ ਵੀ ਕਿਰਾਏਦਾਰ ਹੀ ਨੇ, ਬਿਲਕੁਲ ਬਿਲਕੁਲ ਉੱਪਰੋਂ ਬੈਂਕਾਂ ਦੇ ਕਿਰਾਏਦਾਰ ਨੇ। ਬਿਲਕੁਲ ਡਿਪੈਂਡਸ ਕਿ ਤੁਹਾਡੀ ਕੈਲਕੂਲੇਸ਼ਨ ਕਿੰਨੀ ਸਟਰੋਂਗ ਹੈ, ਤੁਸੀਂ ਕਿੰਨਾ ਵਧੀਆ ਫੋਰਕਾਸਟ ਕਰ ਰਹੇ ਹੋ। ਲੇਕਿਨ ਯੈਸ, ਬਿਜ਼ਨਸ ਇਜ਼ ਅ ਥਿੰਗ ਜਿੱਥੇ ਤੁਹਾਡੀ ਇਕੁਇਟੀ ਇਨ ਦਾ ਲੈਂਡ ਬਹੁਤ ਅੱਛੀ ਵੱਧ ਰਹੀ ਹੈ, ਅਤੇ ਅਗਰ ਤੁਸੀਂ ਉਹਨੂੰ ਕੀਪ ਕਰ ਸਕਦੇ ਹੋ, ਤੁਸੀਂ ਇਫ ਇਟ ਇਜ਼ ਸੈਲਫ ਸਸਟੇਨੇਬਲ, ਅਤੇ ਡੈਫੀਨੇਟਲੀ ਤੁਹਾਨੂੰ ਕੋਈ ਨੁਕਸਾਨ ਨਹੀਂ। ਭੁਪਿੰਦਰ ਜੀ, ਜਿਵੇਂ ਹੁਣ ਸਾਰੀ ਗੱਲਬਾਤ 'ਚ ਆਪਣੀ ਇੱਕ ਇਨਫਲੇਸ਼ਨ ਬਾਰੇ ਵੀ ਇੱਕ ਆਪਣਾ ਇਹ ਇੱਕ ਡਿਫਰੈਂਟ ਪਰਸਪੈਕਟਿਵ ਆ ਰਿਹਾ ਕਿ ਇਨਫਲੇਸ਼ਨ ਨੂੰ ਇੱਕ ਆਮ ਇਨਸਾਨ ਜਿਵੇਂ ਦੇਖਦਾ ਉਹ ਹੋਰ ਨਜ਼ਰ ਨਾਲ ਦੇਖ ਰਿਹਾ, ਜਿਹੜਾ ਬਿਜ਼ਨਸ ਹੈ ਉਹ ਹੋਰ ਤਰੀਕੇ ਨਾਲ ਦੇਖ ਰਿਹਾ। ਹੁਣ ਬਿਜ਼ਨਸ ਨੇ ਇਨਫਲੇਸ਼ਨ ਨੂੰ ਕਿਵੇਂ ਲਿਆ? ਦੇਖੋ ਸ਼ਮੀਲ ਜੀ, ਐਕਚੁਅਲੀ ਕੀ ਹੈ ਕਿ ਬਿਜ਼ਨਸ 'ਚ ਪ੍ਰੋਫੈਸ਼ਨਲ ਲੋਕ ਬੈਠੇ ਨੇ ਜਿਹੜੇ ਫਿਊਚਰ ਬੜੇ ਰਾਈਟ ਤਰੀਕੇ ਨਾਲ, ਰਾਈਟ ਪਰਸਪੈਕਟਿਵ ਨਾਲ ਦੇਖਦੇ ਨੇ। ਹੁਣ ਅਗਰ ਅਸੀਂ ਰੈਜ਼ੀਡੈਂਸ਼ੀਅਲ ਦੀ ਗੱਲ ਕਰੀਏ ਤਾਂ ਰੈਜ਼ੀਡੈਂਸ਼ੀਅਲ ਵਾਲਾ ਬੰਦਾ ਸਿਰਫ ਇਹ ਸੁਣ ਰਿਹਾ ਹੈ ਕਿ ਇਨਫਲੇਸ਼ਨ ਹੋ ਗਈ, ਇਨਫਲੇਸ਼ਨ ਹੋ ਗਈ, ਇਨਫਲੇਸ਼ਨ ਹੋ ਗਈ। ਉਹਨੂੰ ਖਰਚੇ ਘਟਾਉਣ 'ਚ 6 ਮਹੀਨੇ 8 ਮਹੀਨੇ ਲੱਗ ਜਾਣਗੇ। ਵੈਸੇ ਵੀ ਉਹ ਅਨਾੜੀ ਬੰਦਾ ਹੈ, ਭੋਲਾ ਬੰਦਾ ਹੈ, ਉਹਨੂੰ ਬਹੁਤਾ ਫਾਈਨੈਂਸਿਸ ਉਹ ਉਸ ਪੱਖੋਂ ਕੋਈ ਪ੍ਰੋਫੈਸ਼ਨਲ ਨਹੀਂ ਹੈ। ਰਾਈਟ। ਹੁਣ ਜਿਹੜੇ ਬਿਜ਼ਨਸਿਸ ਹੈਗੇ ਸ਼ਮੀਲ ਜੀ, ਸਪੋਜ਼ ਕਰੋ ਕੋਈ ਟਰੱਕ ਬਿਜ਼ਨਸ 'ਚ ਹੈਗੇ, ਉਹਨਾਂ ਨੂੰ ਪਤਾ ਸਾਡੀ ਟਰੱਕਿੰਗ ਬੜੀ ਸਲੋ ਹੋ ਗਈ, ਉਹਨਾਂ ਨੇ ਉਸ ਹਿਸਾਬ ਨਾਲ ਆਪਣੇ ਖਰਚੇ ਘਟਾਉਣੇ ਡਰਾਸਟਿਕਲੀ ਸ਼ੁਰੂ ਕਰ ਦਿੱਤੇ। ਹੋ ਸਕਦਾ ਤੁਸੀਂ ਦੇਖੋ ਟਵਿੱਟਰ ਨੇ ਇੰਪਲੋਈ ਘਟਾਤੇ, ਵੱਡੀ ਕੰਪਨੀਆਂ ਨੇ ਇੰਪਲੋਈ ਕੱਢਤੇ, ਤਾਂ ਦੇ ਟੇਕ ਇਟ ਵੈਰੀ ਮਤਲਬ ਫਿਊਚਰ ਪ੍ਰੋਸਪੈਕਟਿਵ ਨਾਲ ਦੇ ਟੇਕ ਵੈਰੀ ਕੁਇਕ ਐਕਸ਼ਨ ਬਿਕੋਜ਼ ਦੇ ਆਰ ਪ੍ਰੋਫੈਸ਼ਨਲ। ਰੈਜ਼ੀਡੈਂਸ਼ੀਅਲ 'ਚ ਬੰਦਾ ਕਹਿੰਦਾ ਚਲੋ ਦੇਖਦੇ ਹਾਂ, ਇੰਟਰਸਟ ਰੇਟ ਘਟੇਗਾ, 6 ਮਹੀਨੇ 'ਚ ਘਟ ਜਾਏਗਾ, ਅਤੇ ਉਹ ਉਸ ਲਾਈਨ 'ਤੇ ਨਹੀਂ ਚੱਲ ਰਿਹਾ ਵੀ ਮੈਂ ਅੱਜ ਖਰਚੇ ਘਟਾ ਲਾਂ, ਉਹ ਵੇਟ ਕਰ ਰਿਹਾ ਕਿ ਇੰਟਰਸਟ ਰੇਟ ਘਟ ਜਾਏਗਾ। ਅੱਛਾ, ਹੁਣ ਸਪੋਜ਼ ਕਰੋ ਫॉर एग्जांपल ਕੋਈ ਬੈਂਕਵੇਟ ਹਾਲ ਹੈ, ਹੋਟਲਸ ਹੈ, ਮੋਟਲਸ ਹੈ, ਪਲਾਜ਼ਾਸ ਹੈਗੇ। ਹੁਣ ਪਲਾਜ਼ਾ ਵਾਲਿਆਂ ਨੇ ਟਰਾਈ ਕਰਨੀ ਸ਼ੁਰੂ ਕਰਤੀ ਕਿ ਬਈ ਮੇਰਾ ਟੈਨੈਂਟ ਰੈਂਟ ਵਧਾਏ, ਹੋਟਲ ਵਾਲਿਆਂ ਨੇ ਆਪਣਾ ਰੂਮ ਰੈਂਟ ਆਲਰੇਡੀ ਵਧਾ ਦਿੱਤੇ। ਹੁਣ ਜਿਹੜੀ ਤੁਸੀਂ ਬੈਂਕਵੇਟ ਹਾਲ ਦੀ ਗੱਲ ਕਰੋ, ਬੈਂਕਵੇਟ ਹਾਲ ਇੱਕ ਇੱਦਾਂ ਦੀ ਫੈਸਿਲਿਟੀ ਹੈ ਸ਼ਮੀਲ ਜੀ ਜਿੱਥੇ ਯੂਜ਼ ਹੋਣਾ ਹੀ ਹੋਣਾ। ਜਦ ਤੁਸੀਂ 40 45 50 ਬੰਦਿਆਂ ਨੂੰ ਕਿਸੇ ਵੀ ਈਵੈਂਟ ਵਾਸਤੇ ਬੁਲਾਉਣਾ ਹੈ, ਤੁਸੀਂ ਘਰੇ ਟੈਂਟ ਲਾਣਾ ਇਜ਼ ਵੈਰੀ ਡਿਫਿਕਲਟ, ਰਾਈਟ। ਅਤੇ ਬੈਂਕਵੇਟ ਹਾਲ ਤੁਸੀਂ ਯੂਜ਼ ਕਰ ਰਹੇ ਹੋ। ਕੋਵਿਡ ਤੋਂ ਪਹਿਲਾਂ $40 ਦੀ ਪਲੇਟ ਹੁੰਦੀ ਸੀਗੀ, ਅੱਜ $120 ਦੀ ਪਲੇਟ ਹੈ। ਉਹਨਾਂ ਨੇ ਸਭ ਸ਼ਿਫਟ ਕਰ ਲਿਆ ਬਿਕੋਜ਼ ਦੇ ਹੈਵ ਅ ਡਿਫਰੈਂਟ ਪਰਸਪੈਕਟਿਵ ਫॉर ਇਨਫਲੇਸ਼ਨ ਐਂਡ ਫॉर ਫਿਊਚਰ। ਇਹ ਵੀ ਦੇਖ ਰਹੇ ਹਾਂ ਅਸੀਂ ਕਿ ਅਸਲ 'ਚ ਉਹਨਾਂ ਨੇ ਥੋੜ੍ਹਾ ਜਿਹਾ ਇਨਫਲੇਸ਼ਨ ਦੇ ਨਾਂ 'ਤੇ ਥੋੜ੍ਹਾ ਜਿਹਾ ਆਪਣਾ ਵੀ ਲਾ ਦਿੱਤਾ, ਜਿਵੇਂ ਗਰੋਸਰੀ 'ਚ ਵੀ ਦੇਖ ਰਹੇ ਹਾਂ। 100% ਆਈ ਐਗਰੀ। ਉਹਨਾਂ ਨੇ ਪਾ ਦਿੱਤਾ ਇਨਫਲੇਸ਼ਨ ਦੇ ਖਾਤੇ 'ਚ, ਨਾਲ ਆਪਣਾ ਮਾਰਜਨ ਵਧਾ ਲਿਆ। ਦੇਖੋ ਸਰ, ਜਿਹੜੀ ਥਾਲੀ 699 ਦੀ ਹੁੰਦੀ ਸੀਗੀ, ਅੱਜ ਉਹਦੀ ਟਿਕਟ ਆਈਟਮ 1499 ਹੈ। ਅਤੇ ਉਹ ਰੈਸਟੋਰੈਂਟ ਦਾ ਇੰਨਾ ਕੁ ਤਾਂ ਨਹੀਂ ਵੱਧ ਗਿਆ ਪਿੱਛੋਂ ਦੀ ਖਰਚਾ, ਲੇਕਿਨ ਉਹਨਾਂ ਨੇ ਆਪਣਾ ਵੀ ਐਡ ਕਰਤਾ। ਦਿਸ ਇਜ਼ ਵਾਟ ਇਟ ਇਜ਼ ਗੋਇੰਗ ਔਨ। ਸੋ ਇਸ ਲਿਹਾਜ਼ ਨਾਲ ਤਾਂ ਇੱਕ ਸੈਕਸ਼ਨ ਨੂੰ ਜਿਹੜੀ ਗੱਲ ਮਤਲਬ ਜਿਹੜੀ ਮੈਂ ਕਹਿਣਾ ਚਾਹੁੰਦਾ, ਇੱਕ ਸੈਕਸ਼ਨ ਨੂੰ ਤਾਂ ਇਨਫਲੇਸ਼ਨ ਦਾ ਫਾਇਦਾ ਹੋਇਆ। ਹਾਂਜੀ, ਇਨਫਲੇਸ਼ਨ ਅਗਰ ਅਸੀਂ ਰਾਈਟ ਟਰਮਸ 'ਚ ਲੇਮੈਨ ਟਰਮ 'ਚ ਗੱਲ ਕਰੀਏ ਤਾਂ ਜਿਹੜਾ ਲੇਮੈਨ ਹੈ ਉਹਨੂੰ ਹੀ ਨੁਕਸਾਨ ਹੋ ਰਿਹਾ ਹੈ ਸ਼ਮੀਲ ਜੀ। ਜਿਹਨੇ ਇਹਦਾ ਫਾਇਦਾ ਉਠਾਉਣਾ ਉਹ ਉਠਾ ਰਹੇ ਨੇ। ਇੱਕ ਵੱਡੀ ਐਗਜ਼ਾਮਪਲ ਹੈ ਆਪਣਾ ਗਰੋਸਰੀ। ਹਾਂਜੀ, ਗਰੋਸਰੀ, ਰੈਸਟੋਰੈਂਟਸ, ਬੈਂਕਵੇਟ ਹਾਲਸ, ਗੈਸ ਸਟੇਸ਼ਨਸ ਐਂਡ ਤੁਸੀਂ ਦੇਖੋ ਹੋਟਲਸ, ਮੋਟਲਸ, ਕਾਟੇਜਸ, ਰਿਜ਼ੋਰਟ। ਲੋਕਾਂ ਨੇ ਸਰ, ਕਿਸੇ ਨੇ ਇਹ ਸੋਚਿਆ ਨਹੀਂ ਸੀਗਾ ਕਿ 2022 ਦੇ ਅੰਦਰ 10 ਵਾਰੀ ਇੰਟਰਸਟ ਰੇਟ ਵੱਧ ਜਾਏਗਾ। ਹੁਣ ਤੁਸੀਂ ਦੇਖੋ ਕਿ ਜਿੱਦਾਂ ਹੀ ਕੋਵਿਡ ਖਤਮ ਹੋਇਆ, ਲੋਕਾਂ ਨੇ ਤਾਂ ਸਾਲ ਡੇਢ ਸਾਲ ਅੱਗੇ ਦੀ ਆਪਣੀ ਬੁਕਿੰਗ ਕਰਤੀ ਕਿ ਅਸੀਂ ਯੂਰਪ ਘੁੰਮਣ ਚੱਲੇ ਹਾਂ, ਫਲਾਈਟਾਂ ਬੁੱਕ ਕਰ ਲਓ, ਹੋਟਲ ਬੁੱਕ ਕਰ ਲਓ, ਐਂਡ ਦਿਸ ਵਿਲ ਬੀ ਇੰਪੈਕਟਿੰਗ ਔਨ ਅ ਵੈਰੀ ਬਿਗ ਲੈਵਲ ਸਰ। ਕੱਲ੍ਹ ਨੂੰ ਮਤਲਬ ਅਗਰ ਸੀਰੀਅਸ ਨੋਟ 'ਤੇ ਕਹਾਂ ਤਾਂ ਕੱਲ੍ਹ ਨੂੰ ਉਹਨਾਂ ਦੀ ਪ੍ਰੋਪਰਟੀ ਜਿਸ ਛੱਤ ਦੇ ਉਹ ਥੱਲੇ ਰਹਿੰਦੇ ਨੇ, ਉਹ ਬੈਂਕ ਫੋਰਕਲੋਜ਼ਰ 'ਤੇ ਆ ਸਕਦੀ ਹੈ। 3 ਮਹੀਨੇ ਦੀ ਤੁਸੀਂ ਮੌਰਗੇਜ ਸਟਾਪ ਕਰਕੇ ਦੇਖੋ, ਬੈਂਕ ਤੁਹਾਨੂੰ ਇੱਕ ਦਿਨ ਐਕਸਟਰਾ ਨਹੀਂ ਦਿੰਦਾ। ਦੇ ਆਰ ਆਲ ਬਿਜ਼ਨਸ। ਅੱਛਾ, ਹੁਣ ਇਹਦੇ 'ਚ ਇੱਕ ਚੀਜ਼ ਜਿਹੜੀ ਅਮਰਜ ਕਰ ਰਹੀ ਹੈ ਸਾਰੀ ਡਿਸਕਸ਼ਨ 'ਚ, ਮੇਰੇ ਸਾਹਮਣੇ ਜਿਹੜੀ ਤਸਵੀਰ, ਇੱਕ ਜਿਹੜੀ ਸਮਾਜ ਦੀ ਲੌਬੀ ਹੈ, ਜਿਹੜੇ ਇਨਫਲੂਐਂਸ਼ੀਅਲ ਲੋਕ ਨੇ। ਹਾਂਜੀ, ਕਿਉਂਕਿ ਜਿਹੜੇ ਲੋਕ ਬਿਜ਼ਨਸ ਕਰਦੇ ਨੇ, ਬਿਲਕੁਲ ਇਹ ਲੋਕ ਇਨਫਲੂਐਂਸ ਕਰਦੇ ਨੇ। ਕਾਰਪੋਰੇਟ ਹੀ ਇਨਫਲੂਐਂਸ਼ੀਅਲ ਹੈ, ਭਾਵੇਂ ਵੱਡਾ ਕਾਰਪੋਰੇਟ ਹੋਵੇ, ਭਾਵੇਂ ਇਵਨ ਛੋਟੇ ਵਾਲੇ ਵੀ। ਰਾਈਟ।
ਉਹਨਾਂ ਨੂੰ ਤੇ ਕੋਈ ਤਕਲੀਫ ਨਹੀਂ ਹੋ ਰਹੀ, ਉਹਨਾਂ ਨੇ ਤੇ ਇਹਦੇ ਚੋਂ ਵੀ ਆਪਣਾ ਫਾਇਦਾ ਹੀ ਕੱਢਿਆ, ਨਾਟ ਐਟ ਆਲ। ਹਾਂਜੀ, ਤੇ ਮਾਰਿਆ ਕੌਣ ਜਾ ਰਿਹਾ? ਆਮ ਇਨਸਾਨ। ਆਮ ਇਨਸਾਨ। ਪਰ ਜਿਨ੍ਹਾਂ ਨੇ ਇਨਫਲੂਐਂਸ ਪਾਉਣਾ ਉਹ ਫਾਇਦੇ 'ਚ ਨੇ। ਜਿਵੇਂ ਅਸੀਂ ਇਮੀਗ੍ਰੇਸ਼ਨ 'ਚ ਵੀ ਦੇਖਦੇ ਹਾਂ ਨਾ, ਹਾਂਜੀ, ਇਮੀਗ੍ਰੇਸ਼ਨ 'ਚ ਇੱਕ ਲੌਬੀ ਹੈ ਜਿਹਨਾਂ ਨੂੰ ਫਾਇਦਾ ਹੁੰਦਾ, ਰਾਈਟ। ਪੋਲੀਟੀਸ਼ੀਅਨਾਂ ਨੂੰ ਜਾ ਕੇ ਫੀਡਬੈਕ ਉਹਨਾਂ ਨੇ ਦੇਣੀ ਹੈ, ਹਾਂਜੀ, ਤੇ ਪੋਲੀਟੀਸ਼ੀਅਨਾਂ ਨੂੰ ਫੰਡ ਰੇਜ਼ਿੰਗ 'ਚ ਕਿਹਨਾਂ ਨੇ ਜਾਣਾ? ਬਿਜ਼ਨਸ ਵਾਲਿਆਂ ਨੇ ਜਾਣਾ, ਆਮ ਬੰਦਾ ਤਾਂ ਜਾਂਦਾ ਨਹੀਂ ਹੈ। ਨਹੀਂ ਜਾਂਦਾ, ਨਹੀਂ ਜਾਂਦਾ। ਸੋ ਫਿਰ ਇੱਕ ਲੌਬੀ ਐਸੀ ਹੋ ਗਈ ਹੈ ਜਿਹੜੀ ਸਾਰੀ ਸਿਚੁਏਸ਼ਨ ਦਾ ਫਾਇਦਾ ਉਠਾ ਰਹੀ ਹੈ। ਵੈਰੀ ਟਰੂ। ਤੇ ਉਹਨਾਂ ਦਾ ਕਿੱਥੇ ਇੰਟਰਸਟ ਹੋਏਗਾ ਕਿ ਇਹਨੂੰ ਚੇਂਜ ਕਰੀਏ? ਨਹੀਂ ਸਰ, ਉਹਨਾਂ ਦਾ ਕੋਈ ਇੰਟਰਸਟ ਨਹੀਂ ਹੈਗਾ। ਉਹਨਾਂ ਦਾ ਇੰਟਰਸਟ ਇਹੀ ਹੈਗਾ ਕਿ ਚੱਲਣ ਦਿਓ। ਤੁਸੀਂ ਦੇਖੋ, ਕੋਈ ਪੋਲੀਟੀਕਲ ਵਿਊ ਨਹੀਂ ਦੇਣਾ ਚਾਹੁੰਦਾ, ਇੰਨਾ ਇਨਫਲੇਸ਼ਨ ਦੇ ਬਾਵਜੂਦ ਪਿਛਲੇ 6 ਮਹੀਨੇ 'ਚ 1 ਲੱਖ ਬੰਦਾ ਆਇਆ, ਰਹਿਣ ਨੂੰ ਘਰ ਨਹੀਂ, ਕੰਮ ਕਰਨ ਨੂੰ ਜੋਬ ਨਹੀਂ, ਅਤੇ ਆ ਕੇ ਕੰਟਰੀ ਇੱਦਾਂ ਦੀ ਹੈ ਕਿ ਤੁਸੀਂ ਵਿਦਆਊਟ ਕਾਰ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਅਤੇ ਠੀਕ ਹੈ, ਜਿਹੜਾ ਪੈਸਾ ਉਹ ਲੈ ਕੇ ਆ ਰਹੇ ਨੇ ਉਹ ਕਿੱਥੇ ਯੂਜ਼ ਹੋਏਗਾ ਆਈ ਡੋਂਟ ਨੋ, ਲੇਕਿਨ ਆਉਣ ਵਾਲੀ ਜਿਹੜੀ ਨਿਊ ਜਨਰੇਸ਼ਨ ਹੈ ਜਾਂ ਨਿਊ ਕਮਰਸ ਹੈ, ਤੁਸੀਂ ਦੇਖੋ ਕਿ ਉਹਨਾਂ ਦਾ ਕੀ ਹਾਲ ਹੋਣ ਵਾਲਾ। ਅੱਛਾ, ਹੁਣ ਆਖਰੀ ਮੇਰਾ ਸਵਾਲ ਹੈ, ਕਿਉਂਕਿ ਤੁਸੀਂ ਕਮਰਸ਼ੀਅਲ ਰੀਅਲ ਸਟੇਟ ਨਾਲ ਡੀਲ ਕਰਦੇ ਹੋ, ਕਮਰਸ਼ੀਅਲ ਰੀਅਲ ਸਟੇਟ ਦੀਆਂ ਪ੍ਰਾਈਸਿਸ ਦਾ ਕੀ ਸੀਨ ਹੈ ਇਸ ਵੇਲੇ? ਪ੍ਰਾਈਸਿਸ ਦੇਖੋ ਸ਼ਮੀਲ ਜੀ, ਕੀਮਤਾਂ 'ਤੇ ਇਹਦਾ ਅਸਰ ਕਿਸ ਤਰ੍ਹਾਂ ਪਿਆ? ਯੈਸ, ਮੈਂ ਤੁਹਾਨੂੰ ਦੱਸਦਾ ਕਿ ਰੀਅਲ ਇਸਟੇਟ ਚਾਹੇ ਰੈਜ਼ੀਡੈਂਸ਼ੀਅਲ ਹੋ ਚਾਹੇ ਕਮਰਸ਼ੀਅਲ ਹੋ, ਇਟ ਇਜ਼ ਆਲ ਸਪਲਾਈ ਐਂਡ ਡਿਮਾਂਡ। अगर सप्लाई ज़्यादा है डिमांड घट है तो प्राइजेस ऑब्वियसली अपने आप एडजस्ट हो जाती हैं। अगर सप्लाई घट है और डिमांड ज़्यादा है, ऑब्वियस है कि तुसी देखिया है कि मल्टीपल ऑफरां च प्रॉपर्टी जाती है। तो हुण देखो राइट नाउ फॉर एग्जाम्पल होटल की बहुत डिमांड है, बायर ज़्यादा ने एंड प्रॉपर्टीज़ घट ने, तो उहदे च सर ਜਿਹੜੇ ਲੋਕਾਂ ਦੀ ਐਕਚੁਅਲ ਪ੍ਰਾਈਸ ਹੈ, ਮੰਨ ਲਓ ਫੋਰ ਐਗਜ਼ਾਮਪਲ 8 ਮਿਲੀਅਨ ਦੀ ਹੈ, ਦੇ ਵਾਂਟ ਟੂ ਸੈਲ ਇਟ ਇਨ 10 ਮਿਲੀਅਨ। ਜਾ ਕੇ ਕਿਤੋਂ ਵੀ ਫੰਡ ਲੈ ਕੇ ਆਓ, ਦੇ ਡੋਂਟ ਕੇਅਰ, ਸੈਲਰ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਫੰਡ ਬਾਇਰ ਕਿੱਥੋਂ ਲੈ ਕੇ ਆ ਰਿਹਾ। ਬਟ ਯੈਸ, ਦੇਅਰ ਆਰ ਵੈਰੀ ਇੰਟੈਲੀਜੈਂਟ ਬਾਇਰ। ਤੁਸੀਂ ਬਿਲੀਵ ਕਰੋਗੇ ਸ਼ਮੀਲ ਜੀ, ਮੈਂ ਬਹੁਤ ਸਾਰੇ ਲੋਕਾਂ ਨੂੰ ਡੇਲੀ ਮਿਲਦਾ, ਮੈਂ ਇੱਦਾਂ ਦੇ ਲੋਕ ਦੇਖੇ ਨੇ ਜਿਨ੍ਹਾਂ ਦਾ ਪਰਸਪੈਕਟਿਵ ਇੰਨਾ ਸੋਲਿਡ ਔਰ ਸਟਰੋਂਗ ਹੈ। ਉਹ ਕਹਿੰਦੇ ਕਿ ਅਗਰ ਪ੍ਰੋਪਰਟੀ ਅੱਜ ਦੀ ਡੇਟ 'ਚ ਮੈਂ ਪ੍ਰਾਈਵੇਟ ਮਨੀ ਲੈ ਕੇ प्रॉपर्टी ले रहे हैं और से 10,000 15,000 का खर्चा मेरी जेब चो भी जाता है, then also I am interested because after 2 years where it will be I can see it very clearly। तो लोग अगर 10% प्राइवेट फंड लैके भी प्रॉपर्टी क्लोज कर रहे हैं, अगर वो 10% अपने आप नू सस्टेन कर रहे, एंड तुसी देखो कोई होटल अगर 100 रूम का है, यू कैन वेरी वेल इमेजिन कि शमील जी कल नू अज नहीं, ठीक है अज इन्फ्लेशन है, अज सेल घट है ज़्यादा है, 2 साल बाद एडी वड्डी प्रॉपर्टी इफ़ यू आर द ओनर ऑफ दैट यू विल डेफिनेटली मेक मनी। ਅੱਛਾ, ਜਿਵੇਂ ਆਪਣਾ ਡਿਮਾਂਡ ਸਪਲਾਈ ਦੀ ਗੱਲ ਕਰ ਰਹੇ ਸੀ, ਹਾਊਸਿੰਗ 'ਤੇ ਹੈ ਕਿ ਚਲੋ ਥਾਵਾਂ ਲੱਭ ਨਹੀਂ ਰਹੀਆਂ, ਹਾਂਜੀ, ਇਸ ਕਰਕੇ ਮਹਿੰਗੀਆਂ ਹੋ ਰਹੀਆਂ। ਹੁਣ ਆਫਿਸ ਸਪੇਸਿਸ ਖਾਲੀ ਪਈਆਂ, ਹਾਂਜੀ, ਉਹਦਾ ਇੰਪੈਕਟ ਕੀ ਪੈ ਰਿਹਾ? ਕਿਉਂਕਿ ਸਰ ਲੈਂਡਲੋਰਡ ਅਨਯੂਜੂਅਲ ਮਨੀ ਮੰਗ ਰਿਹਾ ਹੈ, ਨਹੀਂ ਇਸ ਕਰਕੇ ਖਾਲੀ ਫਿਰ ਖਾਲੀ ਪਈਆਂ ਤੇ ਉਹ ਇਹਦਾ ਮਤਲਬ ਹੈ ਵੀ ਉਹਨਾਂ ਦੇ ਸਸਤੇ ਘਟਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਇਹਦਾ ਮਤਲਬ ਤਾਂ ਘਟਣਗੀਆਂ ਨਾ, ਕਿਰਾਏ ਘਟਣੀ ਚਾਹੀਦੀਆਂ। ਲੇਕਿਨ ਅਗਰ ਸਪੋਜ਼ ਕਰੋ ਲੈਂਡਲੋਰਡ ਕੋਲ ਸੇ 30 ਆਫਿਸਿਸ ਨੇ, ਉਹਦੇ 18 ਚੜ੍ਹੇ ਹੋਏ ਨੇ, 12 ਖਾਲੀ ਨੇ, ਔਰ 18 ਨੂੰ ਉਹਨਾਂ ਨੇ ਪੁਸ਼ ਕਰਕੇ ਉਹਨਾਂ ਦੇ ਪੈਸੇ ਵੀ ਵਧਵਾ ਲਏ, ਤਾਂ ਉਹ ਜਿਹੜੇ 12 ਖਾਲੀ ਪਏ ਉਹਦਾ ਪ੍ਰਾਈਸ ਉਹਨੂੰ ਆਈ ਜਾਂਦਾ, ਤਾਂ ਹੀ ਡਜ਼ਨਟ ਕੇਅਰ। ਉਹਨਾਂ ਦੀ ਕੈਲਕੂਲੇਸ਼ਨ ਸਾਰੀ ਨੰਬਰ ਕੈਲਕੂਲੇਸ਼ਨ ਹੈ, ਕੋਈ ਇਮੋਸ਼ਨ ਅਟੈਚ ਨਹੀਂ ਹੈ ਸਰ। ਅਗਰ ਸਪੋਜ਼ ਕਰੋ ਉਹਨਾਂ ਦਾ ਫਾਈਨੈਂਸ਼ੀਅਲ ਐਕਸਪਰਟ ਇਹ ਕਹਿੰਦਾ ਕਿ ਹੁਣ ਸਾਨੂੰ ਨੁਕਸਾਨ ਹੋਣ ਵਾਲਾ ਹੈ ਅਤੇ 12 ਨੂੰ ਸਾਨੂੰ ਅੱਧੇ ਪ੍ਰਾਈਸ 'ਚ ਚੜ੍ਹਾਉਣਾ ਪਏਗਾ, ਇਜ਼ ਓਕੇ, ਉਹ ਚੜ੍ਹਾ ਦੇਗਾ। ਅੱਛਾ, ਸੋ ਉੱਥੇ ਕੋਈ ਇਮੋਸ਼ਨਸ ਨਹੀਂ ਹੈ ਸਰ, ਉੱਥੇ ਸਿਰਫ ਨੰਬਰਸ ਨੇ। ਹੁਣ ਸਾਡਾ ਜਿਹੜਾ ਲੇਮੈਨ ਹੈ ਉੱਥੇ ਇਮੋਸ਼ਨ ਨੇ ਵੀ ਅੱਜ 7.2% ਇੰਟਰਸਟ ਰੇਟ ਹੋ ਗਿਆ ਅਤੇ ਉਹ ਬਸ ਰੱਬ ਨੂੰ ਪ੍ਰੇਅਰ ਕਰਦਾ, ਰੱਬ 5% 'ਤੇ ਲਿਆਓ ਅਤੇ 4%। ਆਮ ਬੰਦਾ ਰੱਬ ਨੂੰ ਪ੍ਰੇਅਰ ਕਰਦਾ ਅਤੇ ਜਿਹੜੇ ਬਿਜ਼ਨਸਮੈਨ ਹੈ ਉਹਨਾਂ ਦਾ ਰੱਬ ਪੈਸਾ, ਹਾਂ ਉਹਨਾਂ ਦਾ ਰੱਬ, ਉਹਨਾਂ ਨੂੰ ਪਤਾ ਹੈ ਸਰ ਕਿੱਦਾਂ ਮਾਰਕੀਟ ਦਾ ਬੈਨੀਫਿਟ ਲੈਣਾ, ਚਾਹੇ ਉਹ ਮਾਰਕੀਟ ਰਿਸੈਸ਼ਨ 'ਚ ਹੈ, ਚਾਹੇ ਉਹ ਚਾਹੇ ਉਹ ਇਨਫਲੇਸ਼ਨ 'ਚ ਹੈ। ਮਾਰਕੀਟ ਅਗਰ ਡੈਡ ਹੈ, ਤੁਸੀਂ ਦੇਖੋ ਜਿਹੜਾ ਰਾਈਟ ਬੰਦਾ ਜਿਹਦੇ ਕੋਲ ਪੈਸਾ ਹੈ ਉਹ ਤਾਂ ਅੰਨ੍ਹੇਵਾਹ ਪ੍ਰੋਪਰਟੀਆਂ ਉਸ ਟਾਈਮ ਬਾਏ ਕਰਦਾ। ਕੁਛ ਹੁਣ ਸਵਾਲ ਮੇਰੇ ਕੋਲ ਇੱਦਾਂ ਦੇ ਆ ਰਹੇ ਜਿਹੜੇ ਥੋੜ੍ਹਾ ਜਿਹਾ ਜਿਵੇਂ ਆਪਣੇ ਟੌਪਿਕ ਦੇ ਦਾਇਰੇ ਤੋਂ ਬਾਹਰ ਹੋਣਗੇ। ਹਾਂਜੀ,
ਤੇ ਇਹਦਾ ਬਿਹਤਰ ਤਰੀਕਾ ਇਹ ਹੈ ਵੀ ਤੁਸੀਂ ਫੋਨ ਤੇ ਲੈ ਲਓ ਇਹ ਸਵਾਲ, ਸ਼ੋਰ ਸ਼ੋਰ। ਤੇ ਇਸ ਕਰਕੇ ਜੇ ਤੁਸੀਂ ਕਰ ਸਕਦੇ ਹੋ ਨੰਬਰ ਆਪਣਾ ਸ਼ੇਅਰ ਕਰ ਦਿਓ ਕਮਰ ਜੀ, ਤੇ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰ ਲਿਓ। ਕੁਝ ਹੋਰ ਮੈਸੇजेस ਨੇ राइट नाउ मेरा फ़ोन बंद है, लेकिन आफ्टर द इंटरव्यू इट विल बी ओपन। नंबर इज़ 647-371-0998। ਇੱਕ ਵਾਰ ਦੁਬਾਰਾ ਦੱਸ हाँ ਦਿਓ। जी, 647-371-0998। ਬਹੁਤ ਸ਼ੁਕਰੀਆ, ਥੈਂਕ ਯੂ। थैंक यू जी।